ਸਰਵਰੇ ਕਾਇਨਾਤ ਜੁਗੋ ਜੁਗ ਅਟਲ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਹਜ਼ੂਰ ਨੇ ਮਹਾਨ ਬਖਸ਼ਿਸ਼ ਰਹਿਮਤ ਦਇਆ ਅਸਾਂ ਸਭਨਾਂ ਉੱਪਰ ਕੀਤੀ ਹੈ, ਜੋ ਆਪਣੇ ਚਰਨਾਂ ਦਾ ਨਿੱਘ ਬਖਸ਼ਿਆ ਹੈ। ਇਸ ਗੁਰੂ ਘਰ ਦੀ ਨਿਤ ਦੀ ਮਰਿਆਦਾ ਅਨੁਸਾਰ ਸੰਧਿਆ ਵੇਲੇ ਤੋਂ ਸਜੇ ਹੋਏ ਦੀਵਾਨਾਂ ਅੰਦਰ ਆਪ ਸਮੂਹ ਸੰਗਤ ਨੇ ਸੋਦਰ ਰਹਿਰਾਸ ਤੇ ਪਾਠ ਉਪਰੰਤ ਸਾਹਿਬ ਦੀ ਪਾਵਨ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਤਿਕਾਰਯੋਗ ਰਾਗੀ ਸਿੰਘਾਂ ਪਾਸੋਂ ਸਰਵਣ ਕੀਤਾ ਹੈ। ਉਪਰੰਤ ਗੁਰਮਤਿ ਵਿਚਾਰਾਂ ਕਰਨ ਦਾ ਸਮਾਂ ਹੋਇਆ ਹੈ। ਆਓ ਸਾਹਿਬ ਦਇਆ ਕਰਨ, ਬਖਸ਼ਿਸ਼ ਕਰਨ, ਆਪ ਕਿਰਪਾ ਕਰਕੇ ਸ਼ਬਦ ਦੀ ਕਲਾ ਵਰਤਾ ਕੇ ਆਪਣੀਆਂ ਵਿਚਾਰਾਂ ਆਪ ਕਰਵਾ ਲੈਣ। ਦਾਸ ਨੂੰ ਦਿਓ ਅਸੀਸ, ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਸਾਰੇ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤ ਨੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦਾ ਅੰਮ੍ਰਿਤ ਕੀਰਤਨ ਸਰਵਣ ਕੀਤਾ। ਸਾਹਿਬ ਜੀ ਕਹਿਣ ਲੱਗੇ ਕਿ ਜੋ ਵੀ ਇਸ ਸੰਸਾਰ ਦੇ ਅੰਦਰ ਵਰਤਦਾ ਹੈ ਜਾਂ ਇਸ ਸੰਸਾਰ ਦੀ ਜਿਹੜੀ ਕਾਰ ਚੱਲਦੀ ਪਈ ਹੈ, ਇਸ ਕਾਰ ਨੂੰ ਚਲਾਉਣ ਵਾਲਾ ਕਾਦਰ ਹੀ ਇਸ ਦੇ ਬਾਰੇ ਜਾਣਦਾ ਹੈ। ਦੂਸਰੇ ਬਚਨ ਨੇ ਆਪ ਜੀ ਨੇ ਸਰਵਣ ਕੀਤੇ ਕਿ ਸੱਚੇ ਗੁਰੂ ਦੀ ਮਹਿਮਾ ਨੂੰ ਕੇਵਲ ਉਹ ਗੁਰੂ ਹੀ ਜਾਣਨ ਵਾਲਾ ਹੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ, ਜੋ ਕਿਛ ਕਰੇ ਸੋ ਆਪਣ ਪਾਣੈ। ਤੇ ਗੁਰੂ ਹੀ ਉਸ ਪਰਮੇਸ਼ਰ ਦੀ ਕਲਾ ਨੂੰ, ਉਸ ਦੇ ਭਾਣੇ ਨੂੰ ਜਾਣਦਾ ਹੈ ਤੇ ਹੋਰਨਾਂ ਨੂੰ ਦੱਸਦਾ ਹੈ ਕਿ ਜਿਤਨੀ ਵੀ ਕਾਰ ਇਸ ਸਮੁੱਚੀ ਬਨਸਪਤੀ ਦੀ, ਇਸ ਕੁਦਰਤ ਦੀ ਚੱਲ ਰਹੀ ਹੈ, ਇਸ ਕੁਦਰਤ ਨੂੰ ਚਲਾਉਣ ਵਾਲਾ ਕੇਵਲ ਉਹ ਇੱਕ ਕਾਦਰ ਹੈ। ਔਰ ਆਪ ਸਮੁੱਚੀ ਸੰਗਤ ਅੱਜ ਦੇ ਪਾਵਨ ਦਿਹਾੜੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿਨਾਂ ਦੇ ਗੁਰਿਆਈ ਪੁਰਬ ਨੂੰ ਮਨਾ ਰਹੇ ਹੋ। ਹਜ਼ੂਰ ਨੇ ਦਇਆ ਕੀਤੀ ਹੈ, ਆਪ ਜੀ ਬੜੇ ਪ੍ਰੇਮ, ਉਤਸ਼ਾਹ, ਵੈਰਾਗ, ਸ਼ਰਧਾ ਦੇ ਨਾਲ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ, ਗੁਰਿਆਈ ਪੁਰਬਾਂ ਨੂੰ ਬੜੇ ਪ੍ਰੇਮ ਦੇ ਨਾਲ ਮਨਾਉਂਦੇ ਹੋ। ਤੇ ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ, ਕਹਿਣ ਲੱਗੇ ਜਿਹੜੇ ਪ੍ਰੇਮ ਦੇ ਵਿੱਚ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੁਆਰਾ ਥਾਪੇ ਹੋਏ ਗੁਰੂਆਂ ਦੇ ਭਲੇ ਪੁਰਸ਼ਾਂ ਦੇ ਜਿਹੜੇ ਪੁਰਬਾਂ ਨੂੰ ਮਨਾਉਂਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਕੁਰਬਾਨੀ ਤਿਨਾਂ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਵਿੱਚ ਅੱਜ ਦੇ ਦਿਨ ਗੁਰਤਾ ਗੱਦੀ ਦੇ ਉੱਪਰ ਆਸੀਨ ਹੋਏ ਨੇ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੋ ਬਖਸ਼ਿਸ਼ਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਕੀਤੀਆਂ, ਤੇ ਸੱਚ ਜਾਣਿਓ ਉਹੀ ਬਖਸ਼ਿਸ਼ਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉੱਪਰ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਦੇ ਉੱਪਰ ਆਸੀਨ ਕੀਤਾ ਹੈ। ਆਓ ਸਾਹਿਬ ਜੀ ਦੇ ਪ੍ਰਤੀ ਜੋ ਅਸੀਂ ਸ਼ਬਦ ਪੜ੍ਹਦੇ ਹਾਂ, ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਸਤਤ ਵਿੱਚ ਲਿਖਿਆ, ਉੱਥੇ
ਭੱਟ ਸਹਿਬਾਨ ਨੇ ਲਿਖਿਆ, ਜੋ ਆਪ ਜੀ ਨੇ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਜਿੱਥੇ ਮੇਰੇ ਸਾਹਿਬ ਨੇ ਆਖਿਆ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਤੇ ਸੱਚ ਜਾਣਿਓ, ਉੱਥੇ ਹੀ ਭੱਟ ਭੱਲ ਜੀ ਲਿਖਦੇ ਨੇ, ਕਹਿਣ ਲੱਗੇ, ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਖਸੀਅਤ ਵੀ ਇਸੇ ਪ੍ਰਕਾਰ ਦੀ ਹੈ। ਕੋਈ ਹੋਰ ਕਿੰਨੇ ਪ੍ਰਕਾਰ ਦੀ ਉਸਤਤਾ ਨੂੰ ਗਾਇਨ ਕਰ ਸਕਦਾ ਹੈ, ਕੋਈ ਪੜ੍ਹ ਸਕਦਾ ਹੈ, ਕੋਈ ਸੁਣ ਸਕਦਾ ਹੈ, ਪਰ ਸੱਚ ਜਾਣਿਓ, ਜਿਹੜੀ ਵਡਿਆਈ, ਜਿਹੜੀ ਦਾਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਹੈ, ਉਸ ਦਾਤ ਨੂੰ, ਉਸ ਵਡਿਆਈ ਨੂੰ ਕੇਵਲ ਗੁਰੂ ਅਮਰਦਾਸ ਮਹਾਰਾਜ ਜਾਣਦੇ ਨੇ। ਕਹਿਣ ਲੱਗੇ, ਜਿਸ ਤਰ੍ਹਾਂ ਇਸ ਸੰਸਾਰ ਦੇ ਅੰਦਰ ਜਦੋਂ ਘਨਹਰ ਬੂੰਦਾਂ ਪੈਂਦੀਆਂ ਨੇ, ਬੱਦਲ ਦੀਆਂ ਕਣੀਆਂ ਨੂੰ ਗਿਣਿਆ ਨਹੀਂ ਜਾ ਸਕਦਾ। ਜਦੋਂ ਬਸੰਤ ਦਾ ਸਮਾਂ ਹੋਵੇ ਤੇ ਬਸੰਤ ਦੇ ਵੇਲੇ ਕਈ ਤਰ੍ਹਾਂ ਦੇ ਅਨੇਕਾਂ ਰੰਗ ਬਰੰਗੇ ਫੁੱਲ ਜਿਹੜੇ ਖਿੜ ਕੇ ਸਾਨੂੰ ਦਿਖਾਈ ਦਿੰਦੇ ਨੇ, ਤੇ ਭੱਟ ਭੱਲ ਜੀ ਕਹਿਣ ਲੱਗੇ, ਜਿਸ ਤਰ੍ਹਾਂ ਉਹਨਾਂ ਕਣੀਆਂ ਨੂੰ ਗਿਣਿਆ ਨਹੀਂ ਜਾ ਸਕਦਾ। ਬਸੰਤ ਦੀ ਰੁੱਤ ਦੇ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਸ ਤਰ੍ਹਾਂ ਰਵ ਤੇ ਸੱਸ, ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸਾਹਿਬ ਜੀ ਬਚਨ ਕਰਦੇ ਨੇ, ਭੱਟ ਜੀ ਕਹਿਣ ਲੱਗੇ, ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਤੇ ਅੱਗੇ ਸਾਹਿਬ ਜੀ ਕਹਿੰਦੇ ਨੇ, ਭੱਟ ਜੀ ਕਹਿਣ ਲੱਗੇ, ਜੇਕਰ ਕੋਈ ਸਮਾਧੀ ਲਾ ਕੇ ਅਡੋਲਤਾ ਦੇ ਵਿੱਚ ਸ਼ਿਵ ਜੀ ਵਾਂਗੂ ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨੇ ਜੋ ਗਾਵੈ। ਕਹਿਣ ਲੱਗੇ, ਜੇਕਰ ਕੋਈ ਅਡੋਲਤਾ ਦੇ ਵਿੱਚ ਸਮਾਧੀ ਲਾ ਕੇ ਉਹਨਾਂ ਬੱਦਲਾਂ ਦੀਆਂ ਕਣੀਆਂ ਨੂੰ ਗਿਣ ਲਵੇ, ਬਸੰਤ ਦੇ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਵੀ ਕਰ ਸਕਦਾ ਹੈ, ਜਾਂ ਇਸ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਨੂੰ ਤੇ ਗਿਣਿਆ ਜਾ ਸਕਦਾ ਹੈ ਅਡੋਲਤਾ ਦੇ ਵਿੱਚ ਆ ਕਰਕੇ। ਪਰ ਭੱਟ ਜੀ ਕਹਿਣ ਲੱਗੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਹਨਾਂ ਕਣੀਆਂ ਨੂੰ ਗਿਣਿਆ ਜਾ ਸਕਦਾ ਹੈ, ਉਹਨਾਂ ਕਿਰਨਾਂ ਨੂੰ ਗਿਣਿਆ ਜਾ ਸਕਦਾ ਹੈ, ਬਨਸਪਤੀ ਨੂੰ ਗਿਣਿਆ ਜਾ ਸਕਦਾ ਹੈ, ਪਰ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਿਮਾ ਇਸ ਤਰ੍ਹਾਂ ਦੀ ਹੈ। ਸੱਚ ਜਾਣਿਓ ਪਿਆਰਿਓ, ਇਸ ਨੂੰ ਇਸ ਰਸਨਾ ਤੋਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸਾਹਿਬ ਜੀ ਕਹਿਣ ਲੱਗੇ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਵਰਤਾਈ ਹੈ। ਦੂਸਰੇ ਬਚਨ ਅਸੀਂ ਭਾਈ ਗੁਰਦਾਸ ਜੀ ਦੇ ਲੈ ਲਈਏ, ਕਿਉਂਕਿ ਇਹ ਸਾਡੇ ਕੋਲ ਹਵਾਲੇ ਨੇ। ਕਿਸੇ ਵੇਲੇ ਅਸੀਂ ਸਾਡੇ ਮਨ ਦੇ ਅੰਦਰ ਚੱਲ ਆਉਂਦੀ ਅਸੀਂ ਕਥਾ ਕਹਾਣੀਆਂ, ਪਰ ਠੋਸ ਜਿਹੜੇ ਸਰੋਤ ਸਾਡੇ ਕੋਲ ਨੇ, ਪਾਵਨ ਗੁਰਬਾਣੀ ਦੇ ਵਿੱਚ ਭੱਟ ਭੱਲ ਜੀ ਨੇ ਸਾਹਿਬ ਜੀ ਦੀ ਉਸਤਤ ਕੀਤੀ ਹੈ। ਉੱਥੇ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਹੜੇ ਰਿਸ਼ਤੇ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਲੱਗਦੇ ਨੇ, ਉਹਨਾਂ ਨੇ ਵੀ ਬਿਆਨ ਕੀਤਾ ਹੈ, ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਵੈ। ਅੱਜ ਉਸ ਪਰਮੇਸ਼ਰ ਨੇ ਕਲਾ ਵਰਤਾਈ ਹੈ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਤਿੰਨ ਚੀਜ਼ਾਂ ਨੇ ਜਿਹੜੀ ਜਿਨ੍ਹਾਂ ਨੂੰ ਆਪਣੇ ਜ਼ੋਰ ਦੇ ਨਾਲ, ਆਪਣੀ ਸੱਤਾ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਕੇਵਲ ਉਸ ਖਸਮ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਕਿਰਪਾ ਜੇਕਰ ਹੋ ਜਾਵੇ। ਦਾਤ, ਜੋਤ, ਖਸਮੈ ਵਡਿਆਈ, ਇੱਕ ਵਡਿਆਈ ਜੇਕਰ ਮਿਲ ਜਾਵੇ ਤੇ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿਲਦੀ ਹੈ। ਜੇਕਰ ਕੋਈ ਦਾਤ ਦੀ ਬਖਸ਼ਿਸ਼ ਹੋਵੇ ਤੇ ਉਹ ਵੀ ਉਸ ਅਕਾਲ ਪੁਰਖ ਦੇ ਫਜ਼ਲ ਦੇ ਨਾਲ ਹੀ ਮਿਲਦੀ ਹੈ। ਤੇ ਜਿਹੜੀ ਜੋਤ ਦੀ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਹੜੀ ਜੋਤ ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ ਟਿਕਾਈ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਇਹ ਵੀ ਉਸ ਦੀ ਕਿਰਪਾ ਦੇ ਨਾਲ ਹੁੰਦੀ ਹੈ। ਗੁਰੂ ਅਮਰਦਾਸ ਜੀ ਮਹਾਰਾਜ, ਆਓ ਤਿਨਾਂ ਦਾ ਥੋੜ੍ਹਾ ਜਿਹਾ ਜੀਵਨ ਪਿਛੋਕੜ ਵੱਲ ਝਾਤ ਮਾਰੀਏ, ਕਿਉਂਕਿ ਜਿੱਥੇ ਅਸੀਂ ਗੁਰੂ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਉੱਪਰ ਆਸੀਨ ਹੋਣ ਦੇ ਦਿਨ ਨੂੰ ਮਨਾਉਂਦੇ ਹਾਂ, ਉੱਥੇ ਇਸ ਦਿਹਾੜਿਆਂ ਦੇ,
ਇਤਿਹਾਸ ਨੂੰ ਜਾਣਨਾ ਵੀ ਬੜਾ ਲਾਜ਼ਮੀ ਹੋ ਜਾਂਦਾ ਹੈ, ਕਿਉਂਕਿ ਗੁਰੂ ਕੀਆਂ ਸਾਖੀਆਂ, ਗੁਰੂ ਕੇ ਇਤਿਹਾਸ, ਇਹਨਾਂ ਨੂੰ ਪੜ੍ਹ ਕੇ, ਇਤਿਹਾਸ ਨੂੰ ਸੁਣ ਕੇ ਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ। ਅੱਜ ਜੇਕਰ ਅਸੀਂ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਤੇ ਪਿਆਰਿਓ, ਇਸ ਬਰਕਰਾਰੀ ਦੇ ਪਿੱਛੇ ਬੜਾ ਵੱਡਾ ਇਤਿਹਾਸ ਪਿਆ ਹੈ। ਇਤਿਹਾਸ ਦੀ ਆਰੰਭਤਾ ਗੁਰੂ ਨਾਨਕ ਸਾਹਿਬ 1469 ਈਸਵੀ ਤੋਂ ਹੋਈ ਹੈ ਤੇ ਅਜੋਕੇ ਸਮੇਂ ਦੇ ਅੰਦਰ ਸਿੱਖਾਂ ਨੇ ਵੱਖ-ਵੱਖ ਸਮੇਂ ਇਸ ਪੰਥ ਤੇ ਗ੍ਰੰਥ ਦੀ ਮਾਣ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਅਨੇਕਾਂ ਸ਼ਹਾਦਤਾਂ ਦਿੱਤੀਆਂ ਤੇ ਇਸ ਸਰੀਰ ਨੂੰ ਵੀ ਲਾ ਦਿੱਤਾ। ਆਪਣੇ ਇਸ ਖੂਨ ਦੇ ਇੱਕ ਇੱਕ ਕਤਰੇ ਨੂੰ ਵਹਾ ਕੇ ਉਸ ਇਤਿਹਾਸ ਨੂੰ ਜਿਉਂਦਾ ਰੱਖਿਆ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਡੇਰੇ, ਜਿਨ੍ਹਾਂ ਦਾ ਨਾਮ ਤਵਾਰੀਖ ਦੇ ਅੰਦਰ ਬਾਬਾ ਬਿਸ਼ਨ ਦਾਸ ਕਰਕੇ ਆਉਂਦਾ ਹੈ, ਇਹ ਬਾਬਾ ਬਿਸ਼ਨ ਦਾਸ ਜੀ ਹੀ ਬਾਸਰਕੇ ਨਗਰ ਦੇ ਅੰਦਰ ਵਸਦੇ ਨੇ। ਬਾਬਾ ਬਿਸ਼ਨ ਦਾਸ ਜੀ ਦਾ ਸੁਪੁੱਤਰ ਹੋਇਆ ਹੈ ਜੀ ਬਾਬਾ ਹਰ ਜੀ। ਕਹਿਣ ਲੱਗੇ ਜਦੋਂ ਇਹਨਾਂ ਹਰ ਜੀ ਦੀ ਸ਼ਾਦੀ ਹੁੰਦੀ ਹੈ ਤੇ ਇਹ ਬਾਸਰਕੇ ਨਗਰ ਨੂੰ ਛੱਡ ਕੇ ਲਾਹੌਰ ਦੇ ਨੇੜੇ ਗਿੱਲਾਂ ਵਾਲੀ ਪਿੰਡ ਦੇ ਵਿੱਚ ਜਾ ਕੇ ਠਹਿਰਦੇ ਨੇ। ਉਸ ਨਗਰ ਦੇ ਅੰਦਰ ਬਾਬਾ ਹਰ ਜੀ ਦਾ ਚੰਗਾ ਕਾਰੋਬਾਰ ਪਣਪਦਾ ਹੈ, ਚੰਗੀ ਉਹਨਾਂ ਨੂੰ ਆਮਦਨ ਹੁੰਦੀ ਹੈ। ਤੇ ਜਦੋਂ ਇਹ ਚੜ੍ਹਾਈ ਕਰ ਜਾਂਦੇ ਨੇ ਤੇ ਇਹਨਾਂ ਦੇ ਘਰ ਵਿਖੇ ਸੁਪੁੱਤਰ ਪੈਦਾ ਹੋਇਆ ਸੀ ਬਾਬਾ ਤੇਜਭਾਨ ਜੀ। ਉਦੋਂ ਸਾਰੀ ਜ਼ਿੰਮੇਵਾਰੀ ਬਾਬਾ ਤੇਜਭਾਨ ਜੀ ਤੇ ਆ ਗਈ। ਬਾਬਾ ਤੇਜਭਾਨ ਜੀ ਨੇ ਉਸ ਵਪਾਰ ਨੂੰ ਵਧਾਇਆ ਫੁਲਾਇਆ, ਜਿਤਨੀ ਵੀ ਮੁਸ਼ੱਕਤ ਘਾਲ ਹੋ ਸਕਦੀ ਸੀ ਉਸ ਮੁਸ਼ੱਕਤ ਘਾਲ ਨੂੰ ਘਾਲਦਿਆਂ ਹੋਇਆਂ ਇੱਕ ਦਿਨ ਐਸਾ ਆਇਆ, ਆਪਣੇ ਜੱਦੀ ਨਗਰ ਦੀ ਯਾਦ ਆਈ ਤੇ ਉਸ ਸਾਰੇ ਵਪਾਰ ਨੂੰ ਉਸ ਗਿੱਲਾਂ ਵਾਲੀ ਪਿੰਡ ਦੇ ਵਿੱਚ ਛੱਡ ਕੇ ਦੁਬਾਰਾ ਫਿਰ ਬਾਬਾ ਤੇਜਭਾਨ ਜੀ ਬਾਸਰਕੇ ਨਗਰ ਦੇ ਵਿੱਚ ਆ ਕੇ ਟਿਕ ਜਾਂਦੇ ਨੇ। ਜਿੱਥੇ ਬਾਬਾ ਬਿਸ਼ਨ ਦਾਸ ਜੀ ਪਹਿਲਾਂ ਬਾਸਰਕੇ ਰਹਿੰਦੇ ਸਨ, ਅੱਜ ਫਿਰ ਦੁਬਾਰਾ ਬਾਬਾ ਤੇਜਭਾਨ ਜੀ ਨੇ ਆਪਣਾ ਟਿਕਾਣਾ ਆਪਣੇ ਜੱਦੀ ਪਿੰਡ ਬਾਸਰਕੇ ਵਿਖੇ ਕਰ ਲਿਆ ਹੈ। ਇੱਥੇ ਬਾਸਰਕੇ ਵਿਖੇ ਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼, ਅਜੇ ਗੁਰੂ ਜੋਤ ਨਹੀਂ ਪਰ ਮੈਂ ਫਿਰ ਵੀ ਗੁਰੂ ਸ਼ਬਦ ਵਰਤਾਂ, ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ 10 ਸਾਲ ਬਾਅਦ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1469 ਈਸਵੀ ਦੇ ਵਿੱਚ 69 ਦੇ ਵਿੱਚ ਇਸ ਸੰਸਾਰ ਦੇ ਉੱਪਰ ਆਉਂਦੇ ਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ 1479 ਈਸਵੀ 79 ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਬਾਬਾ ਤੇਜਭਾਨ ਜੀ ਦੇ ਘਰ। ਤੇ ਇਤਿਹਾਸ ਦੇ ਅੰਦਰ ਇਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਲੱਖੋ ਜੀ ਵੀ ਆਉਂਦਾ ਹੈ, ਮਾਤਾ ਲక్ష్ਮੀ ਜੀ ਵੀ ਆਉਂਦਾ ਹੈ। ਧੰਨ ਨੇ ਉਹ ਮਾਤਾ ਪਿਤਾ ਜਿਨ੍ਹਾਂ ਨੇ ਗੁਰੂ ਨੂੰ ਜਨਮ ਦਿੱਤਾ। ਸਰੀਰ ਕਰਕੇ ਗੁਰਮੁਖ ਪਿਆਰਿਓ, ਮਾਤਾ ਪਿਤਾ ਸਹਾਈ ਹੋਣ ਵਾਲੇ ਨੇ, ਪਰ ਸੱਚ ਇਹ ਹੈ ਕਿ ਗੁਰੂ ਜੋਤ ਨੂੰ ਕਿਸੇ ਸੀਮਾ ਦੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਨਾ ਜੋਤ ਦੇ ਪ੍ਰਕਾਸ਼ ਨੂੰ ਅਸੀਂ ਬੰਨ੍ਹ ਸਕਦੇ ਹਾਂ, ਨਾ ਜੋਤ ਦੇ ਪ੍ਰਕਾਸ਼ ਨੂੰ ਕਿਸੇ ਸੀਮਾ ਦੇ ਵਿੱਚ ਕੀਤਾ ਜਾ ਸਕਦਾ ਹੈ। ਕਿਤੇ ਦੇਖਿਆ ਅਸੀਂ ਕਿ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਜਾਂ ਸੂਰਜ ਦਾ ਪ੍ਰਕਾਸ਼ ਜਿਹੜਾ ਹੈ, ਹਾਂ ਠੀਕ ਹੈ ਸਾਇੰਸ ਨੇ ਤਰੱਕੀ ਕੀਤੀ, ਉਹਨਾਂ ਦੀ ਸਪੀਡ ਨੂੰ ਮਾਪ ਲਿਆ ਜਾਂ ਹੋਰ ਮਾਪ ਤੋਲ ਕਰ ਲਏ, ਪਰ ਉਸ ਦੇ ਪ੍ਰਕਾਸ਼ ਨੂੰ ਅੱਜ ਤੱਕ ਕਿਸੇ ਨੇ ਸੀਮਾ ਦੇ ਵਿੱਚ ਬੰਦ ਨਹੀਂ ਕੀਤਾ। ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਬਾਬਾ ਤੇਜਭਾਨ ਜੀ ਦੇ ਘਰ ਅੱਜ ਬਾਸਰਕੇ ਨਗਰ ਦੇ ਵਿੱਚ। ਜਿਸ ਸਰੀਰ ਦੇ ਅੰਦਰ ਗੁਰੂ ਦੀ ਜੋਤ ਨੇ ਟਿਕਣਾ ਹੈ, ਉਸ ਮਹਾਂਪੁਰਸ਼ ਦਾ ਪ੍ਰਕਾਸ਼ ਹੋਇਆ। ਬਾਬਾ ਅਮਰਦਾਸ ਜੀ ਸਾਰਿਆਂ ਤੋਂ ਵੱਡੇ ਨੇ ਤੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਇਹਨਾਂ ਤੋਂ ਛੋਟੇ 3 ਸਪੁੱਤਰ ਹੋਰ ਨੇ
ਬਾਬਾ ਈਸ਼ਰਦਾਸ ਜੀ ਸਾਰਿਆਂ ਤੋਂ ਵੱਡੇ ਗੁਰੂ ਅਮਰਦਾਸ ਮਹਾਰਾਜ ਨੇ। ਇਹਨਾਂ ਦੇ ਭਰਾ ਨੇ ਬਾਬਾ ਈਸ਼ਰਦਾਸ ਜੀ, ਜਿਨ੍ਹਾਂ ਦੇ ਸੁਪੁੱਤਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਦੇ ਪਿਤਾ ਜੀ ਨੇ ਬਾਬਾ ਈਸ਼ਰਦਾਸ ਜੀ, ਜਿਹੜੇ ਰਿਸ਼ਤੇ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਭਰਾ ਨੇ। ਤੇ ਇਹਨਾਂ ਦੇ ਦੂਸਰੇ ਭਰਾ ਦਾ ਨਾਮ ਹੈ ਬਾਬਾ ਖੇਮ ਰਾਏ ਜੀ, ਤੇ ਜਿਹੜੇ ਤੀਸਰੇ ਭਰਾ ਨੇ ਉਹਨਾਂ ਦਾ ਨਾਮ ਹੈ ਬਾਬਾ ਮਾਨਕ ਚੰਦ ਜੀ। ਗੁਰਮੁਖੋ ਤਵੱਜੋ ਦਿਓ ਥੋੜੀ ਜੀ। ਗੁਰੂ ਅਮਰਦਾਸ ਜੀ ਮਹਾਰਾਜ 4 ਭਰਾ ਨੇ। ਇੱਕ ਦਾ ਨਾਮ ਹੈ ਬਾਬਾ ਈਸ਼ਰਦਾਸ ਜੀ, ਦੂਸਰੇ ਦਾ ਨਾਮ ਹੈ ਬਾਬਾ ਖੇਮ ਰਾਏ ਜੀ, ਤੀਸਰੇ ਦਾ ਨਾਮ ਹੈ ਬਾਬਾ ਮਾਨਕ ਚੰਦ ਜੀ। ਇਹ ਬਾਬਾ ਮਾਨਕ ਚੰਦ ਜੀ ਉਹੀ ਸਨ ਜਿਨ੍ਹਾਂ ਦੇ ਸੁਪੁੱਤਰ ਬਾਬਾ ਜੱਸੂ ਜੀ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਜੀ ਵਿਆਹੀ ਹੋਈ ਸਨ। ਕਿਉਂਕਿ ਇੱਥੋਂ ਹੀ ਜਾਗ ਲੱਗੀ ਨਾ, ਬੀਬੀ ਅਮਰੋ ਜੀ ਪਾਸੋਂ ਐਸੇ ਮਹਾਨ ਸ਼ਬਦਾਂ ਨੂੰ ਸੁਣਿਆ ਤੇ ਦਿਲ ਦੇ ਅੰਦਰ ਉਸ ਸ਼ਬਦ ਦੀ ਚੋਟ ਵੱਜੀ ਸੀ ਬਾਬਾ ਅਮਰਦਾਸ ਜੀ ਦੇ ਹਿਰਦੇ ਦੇ ਅੰਦਰ, ਤੇ ਗੁਰੂ ਨੂੰ ਮਿਲਣ ਦੀ ਤਾਂਘ, ਗੁਰੂ ਨੂੰ ਮਿਲਣ ਦੀ ਤੜਪ ਜਿਹੜੀ ਹਿਰਦੇ ਦੇ ਅੰਦਰ ਪੈਦਾ ਹੋ ਗਈ। ਉਹ ਬਾਬਾ ਜੱਸੂ ਜੀ ਗੁਰੂ ਅਮਰਦਾਸ ਜੀ ਦੇ ਭਰਾ ਬਾਬਾ ਮਾਨਕ ਚੰਦ ਜੀ ਦੇ ਸੁਪੁੱਤਰ ਸਨ। ਸੋ ਸਪਸ਼ਟ ਹੈ ਕਿ ਗੁਰੂ ਜੋਤ ਦਾ ਜਿਹੜਾ ਸੰਬੰਧ ਹੈ ਉਹ ਭਾਵੇਂ ਰਿਸ਼ਤੇਦਾਰੀ ਕਰਕੇ, ਭਾਵੇਂ ਸਾਕ ਸੰਬੰਧਾਂ ਕਰਕੇ ਪਹਿਲਾਂ ਹੀ ਇਸ ਪਰਿਵਾਰ ਦੇ ਨਾਲ ਬਣਿਆ ਹੋਇਆ ਹੈ। ਲੰਮਾ ਸਮਾਂ ਗੁਰੂ ਅਮਰਦਾਸ ਜੀ ਮਹਾਰਾਜ ਤੀਰਥ ਯਾਤਰਾ ਕਰਦੇ ਨੇ। ਤੇ ਮੈਂ ਬੇਨਤੀ ਕਰਾਂ ਆਪ ਜੀ ਦੇ ਚਰਨਾਂ ਦੇ ਅੰਦਰ, ਇੱਥੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਕਿਉਂਕਿ ਮੈਂ ਕੱਲ ਵੀ ਬੇਨਤੀ ਕੀਤੀ ਕਿ ਕਿਸੇ ਦੇ ਪਿਛਲੇ ਔਗੁਣਾਂ ਨੂੰ, ਪਿਛਲੇ ਕਰਮਾਂ ਨੂੰ ਦੇਖ ਕੇ ਉਸ ਦੇ ਪ੍ਰੈਜ਼ੈਂਟ ਲਾਈਫ ਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਕਿਸੇ ਦੇ ਭੂਤ ਕਾਲ ਨੂੰ ਦੇਖਦਿਆਂ ਹੋਇਆਂ ਵਰਤਮਾਨ ਸਮੇਂ ਦਾ ਅੰਦਾਜ਼ਾ ਗੁਰਮੁਖੋ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਇਸ ਮਨ ਦੀ ਖੇਡ ਇਸ ਪ੍ਰਕਾਰ ਦੀ ਹੈ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇੱਥੇ ਅਸੀਂ ਸੰਗਤ ਦੇ ਵਿੱਚ ਬੈਠੇ ਹਾਂ, ਮਨ ਗੁਰੂ ਦੇ ਨਾਲ ਜੁੜਿਆ, ਤੇ ਜਿਉਂ ਹੀ ਅਸੀਂ ਬਾਹਰ ਗਏ ਸੰਸਾਰ ਦੇ ਅੰਦਰ ਸਾਡੇ ਮਨ ਦਾ ਝੁਕਾਅ ਉੱਧਰ ਹੋ ਜਾਵੇਗਾ। ਸੋ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ, ਬਾਬਾ ਅਮਰਦਾਸ ਜੀ ਲੰਮਾ ਸਮਾਂ ਤੀਰਥ ਯਾਤਰਾ ਦੇ ਉੱਪਰ ਜਾਂਦੇ ਨੇ, ਤੇ ਮਨ ਦੇ ਅੰਦਰ ਤਾਂਘ ਅਜੇ ਵੀ ਹੈ। ਪ੍ਰਿੰਸੀਪਲ ਸਾਹਿਬ ਲਿਖਦੇ ਨੇ, ਜਿੱਥੇ ਬਾਬਾ ਅਮਰਦਾਸ ਜੀ ਜੁਗਤ ਸ਼ਾਸਤਰਾਂ ਦੇ ਅਨੁਸਾਰ ਸੀ, ਪਰ ਦਿਲ ਦੇ ਅੰਦਰ ਤਾਂਘ ਹਮੇਸ਼ਾ ਉਸ ਸਾਈਂ ਦੇ ਮਿਲਾਪ ਦੀ ਰਹਿੰਦੀ ਸੀ। ਇੱਕ ਵਾਰੀ ਸਮਾਂ ਆਇਆ ਕਿ ਬਾਬਾ ਅਮਰਦਾਸ ਜੀ ਹਰਿਦੁਆਰ ਤੀਰਥ ਯਾਤਰਾ ਤੇ ਗਏ ਨੇ। ਲੰਮਾ ਸਮਾਂ ਹੋ ਗਿਆ। ਸਾਡੇ ਇਤਿਹਾਸਕਾਰ ਤਵਾਰੀਖਾਂ ਲਿਖਦੀਆਂ ਨੇ ਕਿ 19-20 ਵਾਰ ਬਾਬਾ ਅਮਰਦਾਸ ਜੀ ਤੀਰਥ ਯਾਤਰਾ ਦੇ ਉੱਪਰ ਗਏ ਸਨ। ਅੱਜ ਬਿਧ ਬਣੀ ਹੈ, ਗੁਰੂ ਨੇ ਐਸੀ ਬਿਧ ਬਣਾਈ, ਕਿਉਂਕਿ ਜਦੋਂ ਸਮਾਂ ਆਉਂਦਾ ਹੈ ਪਿਆਰਿਓ, ਇਹ ਬਿਧਾਂ ਫਿਰ ਬਣਦੀਆਂ ਨੇ, ਸਮੇਂ ਤੋਂ ਪਹਿਲਾਂ ਕੁਝ ਵੀ ਨਹੀਂ ਹੁੰਦਾ। ਹਾਂ ਠੀਕ ਆ, ਸਾਡੇ ਯਤਨ, ਸਾਡਾ ਉਦਮ ਉਹ ਹਜ਼ੂਰ ਕਹਿੰਦੇ ਨੇ ਕਰਦੇ ਰਹਿਣਾ ਚਾਹੀਦਾ, ਨਹੀਂ ਤੇ ਖੜਾ ਹੋਇਆ ਪਾਣੀ ਵੀ ਇੱਕ ਦਿਨ ਜਿਹੜਾ ਹੈ ਉਸ ਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ। ਪਾਣੀ ਉਹੀ ਸ਼ੁੱਧ ਹੋਵੇਗਾ ਜਿਸ ਦਾ ਵਹਾਓ ਚੱਲਦਾ ਰਹੇਗਾ। ਇਹ ਸਾਡੀ ਜ਼ਿੰਦਗੀ ਵੀ ਇਸੇ ਪ੍ਰਕਾਰ ਦੀ ਹੈ। ਜਦੋਂ ਇਸ ਜ਼ਿੰਦਗੀ ਦੇ ਵਿੱਚੋਂ ਵਹਾਓ ਖਤਮ ਹੋ ਗਿਆ, ਵਹਾਓ ਮੁੱਕ ਗਿਆ, ਇੱਕ ਜਗ੍ਹਾ ਦੇ ਉੱਪਰ ਟਿਕ ਜਾਵੇ ਮਨੁੱਖ, ਤੇ ਉੱਥੇ ਫਿਰ ਜਿਹੜੀ ਸਫਲਤਾ ਹੈ ਉਹ ਵੀ ਦੂਰ ਭੱਜਣਾ ਸ਼ੁਰੂ ਹੋ ਜਾਂਦੀ ਹੈ। ਸਮਾਂ ਆਇਆ, ਬਾਬਾ ਅਮਰਦਾਸ ਜੀ ਅੱਜ ਤੀਰਥ ਯਾਤਰਾ ਤੇ ਗਏ ਨੇ, ਤੇ ਰਸਤੇ ਦੇ ਅੰਦਰ ਇੱਕ ਪੰਡਿਤ ਦੇ ਨਾਲ ਮਿਲਾਪ ਹੋਇਆ, ਇੱਕ ਦਵਿਜ ਦੇ ਨਾਲ ਮਿਲਾਪ ਹੁੰਦਾ ਹੈ। ਠੀਕ ਆ, ਚਿਹਰੇ ਦਾ ਨੂਰ, ਉਹ ਰੂਹਾਨੀਅਤ ਹਰੇਕ ਦੇ ਅੰਦਰ ਹੁੰਦੀ ਹੈ। ਤਾਂ ਹੀ ਮੇਰੇ ਸਾਹਿਬ ਜੀ ਨੇ ਆਖਿਆ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਅੰਮ੍ਰਿਤ ਹੈ ਉਹ ਹਰੇਕ ਦੇ ਅੰਦਰ ਹੈ,
ਪਰ ਉਸ ਅੰਮ੍ਰਿਤ ਨੂੰ ਖੋਜ ਲੈਣਾ, ਉਸ ਅੰਮ੍ਰਿਤ ਦੀ ਲਖਤਾ ਨੂੰ ਪਛਾਣ ਦਾ ਕੇਵਲ ਕੋਈ ਹੈ। ਤੇ ਸੁਭਾਵਿਕ ਹੀ ਹੈ, ਜਿਹੜੇ ਸਤ ਸੰਗੀ ਜਨ ਨੇ ਉਹ ਇੱਕ ਦੂਜੇ ਦੀ ਅਵਸਥਾ ਨੂੰ ਜ਼ਰੂਰ ਪਛਾਣਨ ਵਾਲੇ ਨੇ। ਛੋਟੀ ਜੀ ਉਦਾਹਰਨ ਮੈਂ ਆਪ ਜੀ ਨੂੰ ਦਵਾਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਿੱਥੇ ਅਸੀਂ ਭਗਤ ਸਾਹਿਬਾਨ ਦੀ ਬਾਣੀ ਪੜ੍ਹਦੇ ਹਾਂ, ਭਗਤਾਂ ਦੀ ਬਾਣੀ ਦੇ ਅੰਦਰ ਜਿੱਥੇ ਕਬੀਰ ਸਾਹਿਬ ਜੀ ਦੇ ਬਚਨ ਆਉਣਗੇ, ਭਗਤ ਕਬੀਰ ਜੀ ਜ਼ਰੂਰ ਭਗਤ ਸਦਨਾ ਜੀ, ਭਗਤ ਨਾਮਦੇਵ ਜੀ ਦਾ ਜ਼ਿਕਰ ਕਰਨਗੇ, ਕਿਉਂਕਿ ਉਹ ਭਾਵੇਂ ਸਰੀਰਾਂ ਕਰਕੇ ਵੱਖ-ਵੱਖ ਨੇ, ਭਾਵੇਂ ਸਰੀਰ ਵੱਖਰੇ ਵੱਖਰੇ ਨੇ, ਇਲਾਕੇ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਪਿਆਰਿਓ ਉਹ ਰੂਹਾਨੀਅਤ ਦਾ ਕੱਦ ਭਗਤ ਕਬੀਰ ਜੀ ਦਾ ਵੀ ਉਹੀ ਹੈ। ਉਹ ਰੂਹਾਨੀਅਤ ਵਾਲੇ ਪੱਖ ਤੋਂ ਭਗਤ ਨਾਮਦੇਵ ਜੀ ਵੀ ਸੰਪੂਰਨਤਾ ਨੂੰ ਪੁੱਜੇ ਹੋਏ ਨੇ। ਕਿੱਥੇ ਨੇ ਭਗਤ ਜੈਦੇਵ ਜੀ, ਜਿਹੜੇ ਸਾਰਿਆਂ ਤੋਂ ਪਹਿਲਾਂ ਜੇਕਰ ਅਸੀਂ ਬਾਣੀਕਾਰਾਂ ਦੇ ਵਿੱਚੋਂ ਦੇਖਦੇ ਹਾਂ ਤੇ ਪਿਆਰਿਓ 1170 ਈਸਵੀ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਭਗਤ ਜੈਦੇਵ ਜੀ ਦਾ ਜਨਮ ਹੁੰਦਾ ਹੈ। 1173 ਈਸਵੀ ਦੇ ਵਿੱਚ ਹੁੰਦਾ ਹੈ ਭਗਤ ਫਰੀਦ ਜੀ ਦਾ ਜਨਮ। ਸਾਰਿਆਂ ਤੋਂ ਵੱਡੇ ਨੇ ਭਗਤ ਜੈਦੇਵ ਜੀ, ਤੇ ਉਹ ਮਹਾਰਾਸ਼ਟਰ ਦੀ ਬੋਲੀ ਵੀ ਉਹਨਾਂ ਦੀ ਵੱਖਰੀ ਹੈ। ਤੇ ਭਗਤ ਫਰੀਦ ਜੀ ਲਹਿੰਦੀ ਦੇ ਸ਼ਬਦਾਂ ਨੂੰ ਵਰਤਦੇ ਨੇ, ਠੇਠ ਪੰਜਾਬੀ ਦੇ ਸ਼ਬਦਾਂ ਨੂੰ ਵਰਤਦੇ ਪਏ ਨੇ, ਪਰ ਮੈਂ ਬੇਨਤੀ ਕਰਾਂ ਉਹ ਰੂਹਾਨੀਅਤ ਦਾ ਪੱਖ ਭਗਤ ਜੈਦੇਵ ਜੀ ਦਾ ਵੀ ਉਹੀ ਹੈ, ਉਹ ਰੂਹਾਨੀਅਤ ਦਾ ਪੱਖ ਭਗਤ ਫਰੀਦ ਜੀ ਦੇ ਅੰਦਰ ਵੀ ਉਹੀ ਹੈ। ਸੋ ਜਿਹੜੇ ਜਪਣ ਵਾਲੇ ਨੇ, ਜਿਹੜੇ ਧਿਆਉਣ ਵਾਲੇ ਨੇ, ਆਰਾਧਨਾ ਕਰਨ ਵਾਲੇ ਨੇ, ਉਹ ਇੱਕ ਦੂਜੇ ਦੀ ਅਵਸਥਾ ਨੂੰ ਜ਼ਰੂਰ ਜਾਣਦੇ ਨੇ। ਉਹ ਵੱਖਰੀ ਗੱਲ ਹੈ ਕਿ ਕੋਈ ਸਾਧਨਾ ਕਰਦਾ ਕਰਦਾ ਆਰਾਧਨਾ ਤੱਕ ਪਹੁੰਚ ਜਾਂਦਾ ਹੈ ਤੇ ਕੋਈ ਰਸਤੇ ਦੇ ਅੰਦਰ ਹੀ ਰਹਿ ਜਾਂਦਾ ਹੈ। ਫਿਰ ਉਹ ਰਸਤੇ ਦੇ ਅੰਦਰ ਟਿਕੇ ਹੋਏ ਨੂੰ ਜਦੋਂ ਗੁਰੂ ਦਾ ਮਿਲਾਪ ਹੁੰਦਾ ਹੈ ਤੇ ਗੁਰੂ ਉਸ ਆਰਾਧਨਾ ਦੀ ਸੰਪੂਰਨਤਾ ਵੱਲ ਲੈ ਕੇ ਜਾਂਦਾ ਹੈ। ਗੁਰੂ ਤੋਂ ਬਿਨਾਂ ਹੋਰ ਕੁਝ ਨਹੀਂ। ਇਸ ਦੁਇਜ ਦੇ ਨਾਲ ਮਿਲਾਪ ਹੋਇਆ। ਬਾਬਾ ਅਮਰਦਾਸ ਜੀ ਦੀ ਵਡੇਰੀ ਉਮਰ ਹੈ, ਕੁਝ ਸਮਾਂ ਵਿਚਾਰ ਵਟਾਂਦਰਾ ਕੀਤਾ ਹੈ, ਰੂਹਾਨੀਅਤ ਦੀਆਂ ਗੱਲਾਂ ਹੋਈਆਂ, ਉਸ ਪਰਮੇਸ਼ਰ ਦੇ ਭਾਣੇ ਦੀਆਂ, ਰਜ਼ਾ ਦੀਆਂ, ਹੁਕਮ ਦੀਆਂ ਗੱਲਾਂ ਹੋਈਆਂ। ਕਿਉਂਕਿ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦਾ ਸੁਭਾਅ ਹੁੰਦਾ ਹੈ ਜਾਂ ਤੇ ਉਹ ਚੁੱਪ ਨੂੰ ਧਾਰਨ ਕਰਦੇ ਨੇ। ਦੋ ਗੁਣ ਉਹਨਾਂ ਦੇ ਵਿੱਚ ਹੁੰਦੇ ਹਨ ਜੀ। ਜਾਂ ਤੇ ਬੰਦਗੀ ਕਰਨ ਵਾਲਾ ਇੱਕਦਮ ਚੁੱਪ ਰਹੇਗਾ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੇ ਕਿਸੇ ਗੂੰਗੇ ਨੇ ਗੁੜ ਖਾ ਲਿਆ ਤੇ ਉਸ ਨੂੰ ਪੁੱਛੀਏ ਭਾਈ ਕਿੰਨਾ ਕੁ ਮਿੱਠਾ ਹੈ, ਉਸ ਨੂੰ ਦੱਸ ਨਹੀਂ ਸਕਦਾ। ਉਸੇ ਪ੍ਰਕਾਰ ਜਦੋਂ ਨਾਮ ਦਾ, ਸਿਮਰਨ ਦਾ, ਆਰਾਧਨਾ ਦਾ, ਧਿਆਉਣ ਦਾ ਆਨੰਦ ਜਿਸ ਦੇ ਵੀ ਹਿਰਦੇ ਦੇ ਅੰਦਰ ਬਣ ਜਾਂਦਾ ਹੈ, ਦੋ ਕਾਰਜ ਕਰਦਾ ਹੈ, ਜਾਂ ਤੇ ਉਹ ਮਨੁੱਖ ਸੰਪੂਰਨ ਤੌਰ ਤੇ ਚੁੱਪ ਧਾਰਨ ਕਰ ਲੈਂਦਾ ਹੈ। ਇਹ ਉਹ ਚੁੱਪ ਨਹੀਂ ਜਿਸ ਦਾ ਜ਼ਿਕਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਕੀਤਾ ਹੈ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਇਹ ਉਹ ਚੁੱਪ ਨਹੀਂ। ਉਹ ਚੁੱਪ ਸਾਹਿਬ ਜੀ ਨੇ ਕਰਮ ਕਾਂਡਾਂ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਹੈ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਚਾਰ ਚੀਜ਼ਾਂ ਦਾ ਜ਼ਿਕਰ। ਇਹ ਚਵਾਂ ਦਾ ਸੰਬੰਧ ਉਸ ਸਮੇਂ ਦੇ ਕਰਮ ਕਾਂਡੀ ਕਰਮਾਂ ਦੇ ਨਾਲ ਸੀ। ਭਲੇ ਪੁਰਸ਼ ਜਿਹੜੇ ਹੁੰਦੇ ਨੇ ਜਾਂ ਤੇ ਉਹ ਚੁੱਪ ਕਰ ਜਾਂਦੇ ਨੇ ਤੇ ਜਾਂ ਫਿਰ ਉਹ ਜਦੋਂ ਗੱਲ ਕਰਦੇ ਨੇ ਉਹਨਾਂ ਦੇ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਦੇ ਵਿੱਚ ਗੁਰੂ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੋਵੇਗੀ। ਤਾਂ ਹੀ ਤੇ ਅਸੀਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ, ਕਹਿਣ ਲੱਗੇ ਜਿਹੜਾ ਕੋਈ ਸਾਖਤ ਮਨੁੱਖ ਹੈ ਨਾ, ਜਿਹੜਾ ਉਸ ਪਰਮੇਸ਼ਰ ਦੇ ਨਾਲੋਂ ਟੁੱਟਿਆ ਹੋਇਆ, ਕਹਿਣ ਲੱਗੇ ਉਸ ਤੋਂ ਪਾਸਾ ਕਰ ਲੈਣਾ ਹੀ ਭਲਾ ਹੈ। ਕਿਉਂਕਿ ਜਿਹੜੇ ਆਪ ਟੁੱਟੇ ਹੋਏ ਨੇ ਉਹ ਦੂਸਰਿਆਂ ਨੂੰ ਤੋੜਦੇ ਨੇ, ਤੇ ਜਿਹੜਾ ਸੰਪੂਰਨ ਤੌਰ ਤੇ ਆਪ ਜੁੜਿਆ ਹੋਵੇਗਾ ਉਸ ਦੇ ਵਿੱਚ ਇਤਨੀ ਸਮਰੱਥਾ ਹੁੰਦੀ ਹੈ
ਉਹ ਭਾਵੇਂ ਕੋਈ ਜਨਮਾਂ ਜਨਮਾਂ ਦਾ ਵੀ ਟੁੱਟਿਆ ਹੋਵੇ, ਪਰ ਸ਼ਰਤ ਕੇਵਲ ਇਤਨੀ ਹੈ, ਉਹ ਆਪ ਸੰਪੂਰਨ ਤੌਰ ਤੇ ਜੁੜਿਆ ਹੋਣਾ ਚਾਹੀਦਾ। ਉਸ ਪੰਡਤ ਦੇ ਨਾਲ ਵਿਚਾਰ ਹੋਈ, ਲੰਗਰ ਪ੍ਰਸ਼ਾਦਾ ਛਕਿਆ ਗਿਆ। ਜਦੋਂ ਆਉਣ ਦਾ ਸਮਾਂ ਹੋਇਆ, ਉਸ ਪੰਡਤ ਨੇ ਬਚਨ ਕੀਤੇ, ਕਹਿਣ ਲੱਗੇ, ਤੁਹਾਡੇ ਵਿਚਾਰ ਬੜੇ ਭਲੇ ਨੇ, ਚੰਗੇ ਨੇ, ਤੁਹਾਨੂੰ ਮਿਲ ਕੇ ਚੰਗਾ ਲੱਗਾ, ਪਰ ਇੰਨੀ ਰੂਹਾਨੀਅਤ ਦੇ ਮਾਲਕ ਤੁਸੀਂ, ਕਿਉਂਕਿ ਧਰਮ ਦੇ ਕਾਰਜ ਬਾਬਾ ਅਮਰਦਾਸ ਜੀ ਪਹਿਲਾਂ ਤੋਂ ਕਰਦੇ ਪਏ ਸਨ, ਪਰ ਸਮਾਂ ਆਉਣਾ ਸੀ ਜਦੋਂ ਇਸ ਗਰਮ ਹੋਏ ਲੋਹੇ ਦੇ ਉੱਪਰ ਸੱਟ ਵੱਜਣੀ ਸੀ। ਉਸ ਤਰ੍ਹਾਂ ਅਸੀਂ ਭਾਵੇਂ ਲੋਹੇ ਨੂੰ ਗੁਰਮੁਖੋ ਜਿੰਨਾ ਮਰਜ਼ੀ ਕੁੱਟੀ ਜਾਈਏ ਕਿਸੇ ਦੇ ਨਾਲ, ਪਰ ਉਹ ਲੋਹਾ ਟੁੱਟ ਜਾਂਦਾ ਹੈ, ਪਰ ਉਸ ਨੂੰ ਮਰੋੜਿਆ ਉਸ ਸ਼ੇਪ ਦੇ ਵਿੱਚ ਨਹੀਂ ਲਿਆਇਆ ਜਾ ਸਕਦਾ ਜਿਹੜੀ ਅਸੀਂ ਚਾਹੁੰਦੇ ਹਾਂ। ਪਰ ਜਿਉਂ ਹੀ ਲੋਹੇ ਨੂੰ ਭੱਠੀ ਦੇ ਵਿੱਚ, ਅੱਗ ਦੇ ਵਿੱਚ ਗਰਮ ਕਰਕੇ ਜਦੋਂ ਲੋਹਾਰ ਉਸ ਦੇ ਉੱਪਰ ਸੱਟ ਮਾਰਦਾ ਹੈ, ਤੇ ਲੋਹਾਰ ਆਪਣੇ ਮਨ ਦੀ ਮਰਜ਼ੀ ਦੇ ਅਨੁਸਾਰ ਉਸ ਲੋਹੇ ਨੂੰ ਸ਼ੇਪ ਦੇ ਦਿੰਦਾ ਹੈ। ਜਦੋਂ ਉਸ ਪੰਡਤ ਨੇ ਪੁੱਛਿਆ ਕਿ ਰੂਹਾਨੀਅਤ ਤੁਹਾਡੇ ਕੋਲ ਹੈ, ਤੁਸੀਂ ਮੈਨੂੰ ਦੱਸੋ ਤੁਹਾਡਾ ਗੁਰੂ ਕੌਣ ਹੈ, ਤੇ ਬਾਬਾ ਅਮਰਦਾਸ ਜੀ ਦੇ ਨੇਤਰ ਜਿਹੜੇ ਨੇ ਉਹ ਵਹਿ ਤੁਰਦੇ ਨੇ, ਕਹਿਣ ਲੱਗੇ, ਅਜੇ ਤੱਕ ਮੈਂ ਗੁਰੂ ਧਾਰਨ ਨਹੀਂ ਕੀਤਾ। ਇਹ ਬਚਨ ਸੁਣਦਿਆਂ ਸਾਰ ਹੀ ਪੰਡਤ ਨੇ ਐਸੀਆਂ ਬੋਲੀਆਂ ਬਾਬਾ ਅਮਰਦਾਸ ਜੀ ਨੂੰ ਮਾਰੀਆਂ, ਕਹਿਣ ਲੱਗੇ, ਮੇਰਾ ਤੇ ਸਾਰਾ ਜੀਵਨ ਭ੍ਰਿਸ਼ਟ ਹੋ ਗਿਆ। ਇੱਕ ਨਿਗੁਰੇ ਦੇ ਨਾਲ ਮੈਂ ਸੰਗ ਕਰ ਲਿਆ, ਇੱਕ ਨਿਗੁਰੇ ਦੇ ਨਾਲ ਬੈਠ ਕੇ ਮੈਂ ਪ੍ਰਸ਼ਾਦਾ ਛਕ ਲਿਆ, ਮੇਰਾ ਸਾਰਾ ਜੀਵਨ ਜਿਹੜਾ ਹੈ ਉਹ ਵਿਅਰਥ ਚਲਾ ਗਿਆ। ਇੱਕ ਵਾਰੀ ਨਹੀਂ ਗੁਰਮੁਖੋ, ਬਾਬਾ ਅਮਰਦਾਸ ਜੀ ਦਾ ਸਮੁੱਚਾ ਜੀਵਨ ਪੜ੍ਹੋ। ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਕਿੰਨੀ ਵਾਰ ਬਾਬਾ ਅਮਰਦਾਸ ਜੀ ਨੇ ਲੋਕਾਂ ਦੇ ਬੋਲਾਂ ਨੂੰ, ਲੋਕਾਂ ਦੀਆਂ ਬੋਲੀਆਂ ਨੂੰ ਆਪਣੇ ਹਿਰਦੇ ਦੇ ਉੱਪਰ ਸਹਾਰਿਆ, ਪਰ ਉਹਨਾਂ ਦਾ ਵਿਸ਼ਵਾਸ, ਉਹਨਾਂ ਦੀ ਸ਼ਰਧਾ ਗੁਰੂ ਦੇ ਉੱਪਰ ਅਟੁੱਟ ਬਣੀ ਰਹੀ। ਇਸ ਜਦੋਂ ਪੰਡਤ ਨੇ ਬੋਲੀ ਮਾਰੀ ਹੈ ਕਿ ਮੈਂ ਨਿਗੁਰੇ ਦਾ ਸਾਥ ਕਰ ਲਿਆ, ਬਾਬਾ ਅਮਰਦਾਸ ਜੀ ਉਸੇ ਵੇਲੇ ਉੱਥੋਂ ਚੱਲਦੇ ਨੇ, ਤੇ ਮਨ ਦੇ ਅੰਦਰ ਇੱਕ ਤੜਪ, ਇੱਕ ਤਾਂਘ ਪੈਦਾ ਹੋ ਗਈ ਹੈ ਕਿ ਹੁਣ ਗੁਰੂ ਦਾ ਮਿਲਾਪ ਜਿਹੜਾ ਹੈ ਉਹ ਜ਼ਰੂਰੀ ਹੈ। ਤਾਂ ਹੀ ਬਾਰ-ਬਾਰ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਗੁਰੂ ਦੀ ਮਹਿਮਾ ਨੂੰ ਦੱਸਿਆ ਹੈ। ਅਸੀਂ ਸ਼ਬਦ ਪੜ੍ਹਦੇ ਹਾਂ ਜੀ, ਮੰਗਲ ਛੋਟਾ ਮੇਰੇ ਸਾਹਿਬ ਜੀ ਨੇ ਵਰਤਿਆ, ਲਗਭਗ 524 ਵਾਰ ਮੰਗਲ ਆਉਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੱਡੇ ਮੰਗਲ ਵੀ ਮੇਰੇ ਸਾਹਿਬ ਨੇ ਵਰਤੇ ਨੇ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਸਾਹਿਬ ਜੀ ਦੇ ਇਸ ਛੋਟੇ ਮੰਗਲ ਦੇ ਅੰਦਰ 3 ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਇਸ ਮੰਗਲ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਜ਼ਿਕਰ ਹੈ। ਇਸ ਮੰਗਲ ਦੇ ਅੰਦਰ ਉਸ ਰੂਹਾਨੀਅਤ ਭਰਪੂਰ ਗੁਰੂ ਦਾ ਜ਼ਿਕਰ ਹੈ। ਤੇ ਤੀਸਰਾ ਇਸ ਮੰਗਲ ਦੇ ਅੰਦਰ ਜ਼ਿਕਰ ਹੈ ਉਸ ਗੁਰੂ ਦੀ ਬਖਸ਼ਿਸ਼ ਦਾ, ਗੁਰੂ ਦੀ ਕਿਰਪਾ ਦਾ। ਸਾਹਿਬ ਕਹਿਣ ਲੱਗੇ, ਠੀਕ ਹੈ, ਤੂੰ ਆਪਣੀ ਜ਼ਿੰਦਗੀ ਦੇ ਅੰਦਰ ਗੁਰਬਾਣੀ ਨੂੰ ਪੜ੍ਹਦਾ ਹੈ, ਧਰਮ ਦੇ ਕਰਮ ਕਰਦਾ ਹੈ, ਪਰ ਜਦੋਂ ਜਦੋਂ ਵੀ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਸੈਂਕੜਿਆਂ ਵਾਰ ਜਦੋਂ ਤੂੰ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਜਾਪ ਕਰੇਗਾ, ਤੇਰੇ ਹਿਰਦੇ ਦੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ, ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋਵੇਗਾ, ਤੇ ਹਿਰਦੇ ਤੋਂ ਅਰਦਾਸ ਨਿਕਲੇਗੀ ਕਿ ਸਾਹਿਬ ਜੀ ਇਹ ਕਿਰਪਾ, ਇਹ ਦਇਆ, ਇਹ ਫਜ਼ਲ, ਇਹ ਰਹਿਮਤ ਮੇਰੇ ਉੱਪਰ ਵੀ ਕਰ ਦਿਓ। ਕਿਉਂਕਿ ਗੁਰੂ ਦੇ ਦਰ ਤੋਂ ਜਦੋਂ ਤੱਕ ਹੋ ਕਰਕੇ ਅਸੀਂ ਨਹੀਂ ਜਾਵਾਂਗੇ, ਉਦੋਂ ਤੱਕ ਜੀਵਨ ਦੀ ਸੰਪੂਰਨਤਾ ਨਹੀਂ। ਹਿਰਦੇ ਦੇ ਅੰਦਰ ਤਾਂਘ ਪੈਦਾ ਹੋ ਗਈ। ਬਾਬਾ ਅਮਰਦਾਸ ਜੀ ਆਪਣੇ ਗ੍ਰਹਿ ਵਿਖੇ ਬਾਸਰ ਕੇ ਆ ਕੇ ਟਿਕਦੇ ਨੇ। ਸਮਾਂ ਆ ਗਿਆ ਜਿਸ ਸਮੇਂ ਦੀ ਉਡੀਕ ਬਾਬਾ ਅਮਰਦਾਸ ਜੀ ਨੂੰ ਚਿਰਾਂ ਤੋਂ ਸੀ। ਅੱਜ ਅੰਮ੍ਰਿਤ ਵੇਲਾ ਹੋਇਆ। ਬਾਬਾ ਅਮਰਦਾਸ ਜੀ ਸਾਰੀ ਰਾਤ ਗੁਰੂ ਦੇ ਮਿਲਾਪ ਦੀ ਤੜਪ ਦੇ ਵਿੱਚ ਜਿਹੜੇ ਨੇ ਸਾਰੀ ਰਾਤ ਨੂੰ ਬਤੀਤ ਕਰਦੇ ਨੇ।
ਪਾਸੇ ਵੱਟਦਿਆਂ ਸਾਰੀ ਰਾਤ ਬਤੀਤ ਹੋ ਗਈ, ਨੇਤਰਾਂ ਦੇ ਵਿੱਚ ਨੀਂਦ ਕੋਈ ਨਹੀਂ ਪਈ। ਕਿਉਂਕਿ ਇਹ ਅਵਸਥਾਵਾਂ ਦੋ ਵੇਲੇ 'ਚ ਬਣਦੀਆਂ ਨੇ, ਜਦੋਂ ਨੇਤਰਾਂ ਦੇ ਵਿੱਚੋਂ ਜਲ ਵੀ ਵਹਿੰਦਾ ਏ, ਠੀਕ ਆ, ਜਾਂ ਤੇ ਕਿਤੇ ਕੋਈ ਮਨੁੱਖ ਨੂੰ ਦੇਹੀ ਰੋਗ ਲੱਗਾ ਹੋਵੇ, ਇਸ ਸਰੀਰ ਨੂੰ ਕੋਈ ਰੋਗ ਲੱਗ ਜਾਵੇ, ਕੋਈ ਕਸ਼ਟ ਹੋਵੇ ਤੇ ਮਨੁੱਖ ਰੋਂਦਾ ਵੀ ਏ, ਨੀਂਦ ਨਹੀਂ ਆਉਂਦੀ ਰਾਤ ਨੂੰ। ਤੇ ਜਿਨ੍ਹਾਂ ਨੂੰ ਰੋਗ ਗੁਰੂ ਦੇ ਪ੍ਰੇਮ ਦਾ ਲੱਗ ਜਾਵੇ ਪਿਆਰਿਓ, ਉਹ ਵੀ ਫਿਰ ਰਾਤ ਸੌਂਦੇ ਨਹੀਂ। ਉਹਨਾਂ ਨੂੰ ਤਾਂਘ ਰਹਿੰਦੀ ਹੈ ਕਿ ਕਦੋਂ ਅੰਮ੍ਰਿਤ ਵੇਲਾ ਹੋਵੇ ਤੇ ਕਦੋਂ ਅਸੀਂ ਉਸ ਗੁਰੂ ਦੀ ਉਸਤਤੀ ਦੇ ਵਿੱਚ ਆਪਣੇ ਮਨ ਨੂੰ ਜੋੜੀਏ। ਤਾਂ ਹੀ ਸਾਹਿਬ ਜੀ ਨੇ ਸਿੱਖ ਦੀ ਰਹਿਤ ਨੂੰ ਦੱਸਿਆ ਹੈ ਗੁਰਬਾਣੀ ਦੇ ਅੰਦਰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆ। ਸਭ ਤੋਂ ਪਹਿਲਾਂ ਪਰਮੇਸ਼ਰ ਦੀ ਉਸਤਤੀ ਦੀ ਗੱਲ ਹੈ। ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਧਿਆਨ ਦੇ ਵਿੱਚ ਜੁੜਨਾ ਹੈ। ਉਸ ਤੋਂ ਬਾਅਦ ਇਸ਼ਨਾਨ ਦੀ, ਨਿਤਨੇਮ ਦੀ, ਗੁਰਬਾਣੀ ਨੂੰ ਪੜ੍ਹਨ ਦੀ ਗੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਿਲਦੀ ਹੈ ਸਾਨੂੰ। ਤਾਂਘ ਤੜਪ ਲੈ ਕੇ ਅੱਜ ਅੰਮ੍ਰਿਤ ਵੇਲਾ ਹੋ ਗਿਆ। ਅੰਮ੍ਰਿਤ ਵੇਲੇ ਉਸੇ ਭਾਈ ਜੱਸੂ ਜੀ ਦੇ ਨਾਲ ਵਿਆਹੀ ਹੋਈ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਨੇ ਜਦੋਂ ਚਾਟੀ ਦੇ ਵਿੱਚ ਰਿੜਕਣੇ ਨੂੰ ਪਾਇਆ ਹੈ ਤੇ ਮੁਖਾਰ ਬਿੰਦ ਤੋਂ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ। ਕਿੰਨਾ ਭਲਾ ਹੋਵੇ ਪਿਆਰਿਓ, ਜਿੱਥੇ ਸਾਹਿਬ ਜੀ ਨੇ ਸਾਨੂੰ ਕਿਰਤ ਦੇ ਨਾਲ ਜੋੜਿਆ, ਉੱਥੇ ਕਿਰਤੀ ਦੇ ਨਾਲ ਵੀ ਜੋੜਿਆ, ਕਿਉਂਕਿ ਇਹ ਸੁਭਾਵ ਸੀ। ਅੱਜ ਵੀ ਭਲੇ ਨੇ ਉਹ ਘਰ ਜਿਨ੍ਹਾਂ ਘਰਾਂ ਦੇ ਅੰਦਰ ਪ੍ਰਸ਼ਾਦਾ ਬਣਾਉਣ ਸਮੇਂ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨੇ, ਸਾਡੀਆਂ ਮਾਤਾਵਾਂ ਜਪਜੀ ਸਾਹਿਬ ਦਾ ਪਾਠ ਕਰਦੀਆਂ ਨੇ, ਗੁਰੂ ਦੀ ਬਾਣੀ ਪੜ੍ਹਦੀਆਂ ਨੇ। ਭਲੇ ਨੇ ਉਹ ਘਰ, ਉਹ ਗ੍ਰਹਿ ਭਲੇ ਨੇ। ਉਹ ਖਾਧਾ ਹੋਇਆ ਪ੍ਰਸ਼ਾਦਾ ਵੀ ਪਿਆਰਿਓ ਬਾਅਦ ਦੇ ਵਿੱਚ ਅੰਮ੍ਰਿਤ ਦਾ ਰੂਪ ਧਾਰਨ ਕਰ ਲੈਂਦਾ। ਬੀਬੀ ਅਮਰੋ ਜੀ ਨੇ ਅੱਜ ਚਾਟੀ ਦੇ ਵਿੱਚ ਮਧਾਣੀ ਪਾਈ ਹੈ ਤੇ ਨਾਲ ਹੀ ਆਪਣੇ ਮਨ ਨੂੰ ਵੀ ਰਿੜਕ ਰਹੇ ਨੇ ਤੇ ਸ਼ਬਦ ਗਾਇਨ ਕਰ ਰਹੇ ਨੇ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਭਏ। ਜਦੋਂ ਇਹ ਸ਼ਬਦ ਬਾਬਾ ਅਮਰਦਾਸ ਜੀ ਨੇ ਸੁਣਿਆ ਤੇ ਸੁਣਦਿਆਂ ਸਾਰ ਹੀ ਬੀਬੀ ਅਮਰੋ ਜੀ ਦੇ ਪਾਸ ਆਉਂਦੇ ਨੇ। ਵੈਰਾਗ, ਸ਼ਰਧਾ, ਭਾਵਨਾ ਦਾ ਨੀਰ ਉਸੇ ਪ੍ਰਕਾਰ ਬਾਬਾ ਅਮਰਦਾਸ ਜੀ ਦੇ ਨੇਤਰਾਂ ਤੋਂ ਵਹਿੰਦਾ ਪਿਆ ਏ ਤੇ ਆ ਕੇ ਆਪਣੀ ਨੂੰਹ ਨੂੰ ਕਹਿੰਦੇ ਨੇ, ਕਿਉਂਕਿ ਰਿਸ਼ਤੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਦੇ ਨੂੰਹ ਲੱਗਦੇ ਸਨ। ਕਹਿਣ ਲੱਗੇ ਇਹ ਕਿਸ ਦੀ ਬਾਣੀ ਹੈ ਜਿਸ ਨੂੰ ਸੁਣਿਆ ਮਨ ਇੱਕਦਮ ਟਿਕਾਊ ਦੇ ਵਿੱਚ ਆ ਗਿਆ, ਜਿਸ ਨੂੰ ਸੁਣਿਆ ਇੱਕਦਮ ਜਿਹੜੀ ਆਤਮਿਕ ਸ਼ਾਂਤੀ ਹੈ ਉਸ ਦੀ ਮਹਿਸੂਸਤਾ ਹੋਈ ਹੈ। ਤੇ ਬੀਬੀ ਅਮਰੋ ਜੀ ਨੇ ਉਸ ਸਮੇਂ ਬਚਨ ਕੀਤੇ ਸਨ। ਕਹਿਣ ਲੱਗੇ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਬਚਨ ਕੀਤੇ ਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਿਸ ਤਰ੍ਹਾਂ ਹੋਣਗੇ। ਅੱਗੋਂ ਜਵਾਬ ਦਿੱਤਾ ਬੀਬੀ ਅਮਰੋ ਜੀ ਨੇ, ਕਹਿਣ ਲੱਗੇ ਉਹ ਆਪਣੀ ਜੋਤ ਸਾਡੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚ ਟਿਕਾ ਕੇ ਆਪ ਸਰੀਰ ਕਰਕੇ ਸੱਚਖੰਡ ਬਿਆਨਾ ਕਰ ਗਏ ਨੇ। ਬੇਨਤੀ ਕੀਤੀ ਬਾਬਾ ਅਮਰਦਾਸ ਜੀ ਨੇ ਕਿ ਮੈਨੂੰ ਆਪਣੇ ਗੁਰੂ ਅੰਗਦ ਦੇਵ ਜੀ ਦੇ ਨਾਲ ਮਿਲਾ ਦਿਓ, ਕਿਉਂਕਿ ਸਮਾਂ ਬਣਿਆ, ਬਿੱਧ ਬਣੀ, ਨਹੀਂ ਤੇ ਜਾਣਦੇ ਤੇ ਪਹਿਲਾਂ ਵੀ ਹੋਣਗੇ। ਰਿਸ਼ਤੇ ਵਜੋਂ ਕੁੜਮ ਲੱਗਦੇ ਸਨ ਗੁਰੂ ਅੰਗਦ ਦੇਵ ਜੀ ਦੇ ਬਾਬਾ ਅਮਰਦਾਸ ਜੀ। ਅੱਜ ਮਿਲਾਪ ਹੋਇਆ ਹੈ ਬਾਬਾ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਲ। ਤੇ ਸਾਡੀ ਤਵਾਰੀਖ ਦੱਸਦੀ ਹੈ ਕਿ ਜਦੋਂ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਦੇ ਨਾਲ ਜਾਂਦੇ ਨੇ ਤੇ ਜਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਆਪ ਆਪਣੇ ਸਿੰਘਾਸਨ ਤੋਂ ਉੱਠ ਕੇ ਆਉਂਦੇ ਨੇ ਤੇ ਆਪਣੇ ਉੱਪਰ ਜਿਹੜੀ ਓਢੀ ਹੋਈ ਚਾਦਰ ਸੀ, ਲਈ ਹੋਈ ਚਾਦਰ ਸੀ, ਉਸ ਦੇ ਵਿੱਚੋਂ ਆਪਣੇ ਹੱਥਾਂ ਨੂੰ, ਬਾਹਾਂ ਨੂੰ ਬਾਹਰ ਕੱਢਦੇ ਨੇ ਸਤਿਕਾਰ ਦੇ ਵਜੋਂ, ਕਿਉਂਕਿ ਰਿਸ਼ਤੇ ਵਜੋਂ ਕੁੜਮ ਲੱਗਦੇ ਸਨ। ਕਹਿਣ ਲੱਗੇ ਉਸ ਸਮੇਂ ਬਾਬਾ ਅਮਰਦਾਸ ਜੀ ਦੋਨੋਂ ਹੱਥ ਜੋੜ ਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਟਹਿ ਪੈਂਦੇ ਨੇ। ਉਸ ਦਿਨ ਤੋਂ
ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਐਸਾ ਸੀਸ ਰੱਖਿਆ ਬਾਬਾ ਅਮਰਦਾਸ ਜੀ ਨੇ। ਲਗਾਤਾਰ 12 ਸਾਲ ਲੰਮੀ ਘਾਲ ਕਰਦਿਆਂ ਹੋਇਆਂ ਜੀਵਨ ਨੂੰ ਬਤੀਤ ਕੀਤਾ ਤੇ ਇੱਕ ਦਿਨ ਸਮਾਂ ਐਸਾ ਆ ਗਿਆ, ਜਲ ਦੀ ਸੇਵਾ ਕਰਦੇ ਪਏ ਨੇ ਤੇ ਜੁਲਾਹੇ ਦੀ ਖੱਡੀ ਦੇ ਨਾਲ ਠੇਡਾ ਲਾ ਕੇ ਡਿੱਗ ਗਏ। ਸਾਹਿਬ ਨੇ ਪੁੱਛਿਆ ਕੀ ਹੋਇਆ? ਬਾਬਾ ਅਮਰਦਾਸ ਜੀ ਨੇ ਬਚਨ ਕੀਤੇ, ਕਹਿਣ ਲੱਗੇ ਮੈਂ ਡਿੱਗ ਗਿਆ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਜਦੋਂ ਫਲ ਪੱਕ ਜਾਂਦਾ ਹੈ ਡਿੱਗਦਾ ਕੇਵਲ ਉਦੋਂ ਹੈ। ਸੱਚ ਜਾਣਿਓ ਤੁਹਾਡੀ ਘਾਲ, ਤੁਹਾਡੀ ਸੇਵਾ, ਤੁਹਾਡੀ ਕੀਤੀ ਹੋਈ ਮੁਸ਼ੱਕਤ ਅੱਜ ਥਾਵੇਂ ਪੈ ਗਈ ਹੈ। ਤੇ ਕਿਸੇ ਸਿਆਣੇ ਪੁਰਖ ਨੇ ਬੜੇ ਪਿਆਰੇ ਬਚਨ ਕਹੇ ਨੇ, ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਨੂੰ ਟਹਿਲ ਤੋਂ ਮਹਿਲ ਪ੍ਰਾਪਤ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਨੂੰ ਖੱਡੀ ਤੋਂ ਗੱਦੀ ਦੀ ਪ੍ਰਾਪਤੀ ਹੋ ਗਈ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਥੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਅੰਦਰ ਰਹਿ ਕੇ 12 ਸਾਲ ਲੰਮੀ ਘਾਲਣਾ ਕੀਤੀ, ਸੇਵਾ ਕੀਤੀ ਤੇ ਗੁਰੂ ਸਾਹਿਬ ਜੀ ਦੇ ਕੋਲੋਂ ਬਚਨ ਪ੍ਰਾਪਤ ਕੀਤੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਥਾਵਿਆਂ ਦੇ ਥਾਮ, ਨਿਗੱਤਿਆਂ ਦੀ ਗੱਤ। ਐਸੀਆਂ ਮਹਾਨ ਬਖਸ਼ਿਸ਼ਾਂ, ਰਹਿਮਤਾਂ ਗੁਰੂ ਦੇ ਦਰ ਤੋਂ ਪ੍ਰਾਪਤ ਕਰਦੇ ਨੇ। ਫਿਰ ਜਦੋਂ 1552 ਈਸਵੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਸਰੀਰ ਕਰਕੇ ਇਸ ਸੰਸਾਰ ਨੂੰ ਛੱਡਦੇ ਨੇ ਤੇ ਉਹੀ ਜੋਤ ਬਾਬਾ ਅਮਰਦਾਸ ਜੀ ਵਿੱਚ ਟਿਕਾ ਦਿੰਦੇ ਨੇ। ਅੱਜ ਬਾਬਾ ਅਮਰਦਾਸ ਜੀ ਤੋਂ ਗੁਰੂ ਅਮਰਦਾਸ ਮਹਾਰਾਜ ਦੀ ਪਦਵੀ ਪ੍ਰਾਪਤ ਕਰਦੇ ਨੇ ਬਾਬਾ ਅਮਰਦਾਸ ਜੀ। ਵਡੇਰੀ ਲੰਮੀ ਉਮਰ ਦੇ ਵਿੱਚ ਵੀ, ਕਿਉਂਕਿ ਜਿਹੜੇ ਗੁਰਮੁਖ ਜਨ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਇਹ ਹੈ, ਜਿੱਥੇ ਛੋਟੀ ਉਮਰ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਸ਼ਹਾਦਤ ਦਾ ਜਾਮ ਵੀ ਪੀ ਜਾਂਦੇ ਨੇ, ਉੱਥੇ ਵਡੇਰੀਆਂ ਉਮਰਾਂ ਦੇ ਵੇਲੇ ਦੇ ਵਿੱਚ ਵੀ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਕਿੱਡੀ ਵੱਡੀ ਉਮਰ ਸੀ ਬਾਬਾ ਬੁੱਢਾ ਜੀ ਦੀ, ਲਗਭਗ ਸਾਡੇ ਇਤਿਹਾਸਕਾਰ ਦੱਸਦੇ ਨੇ 125 ਸਾਲ ਉਹਨਾਂ ਦੀ ਉਮਰ ਸੀ। ਪਰ ਗੁਰੂ ਦੀ ਬਖਸ਼ਿਸ਼ ਦਾ, ਗੁਰੂ ਦੀ ਰਹਿਮਤ ਦਾ ਸਾਡੀਆਂ ਉਮਰਾਂ ਦੇ ਨਾਲ ਕੋਈ ਤਕਾਜ਼ਾ ਨਹੀਂ। ਗੁਰੂ ਇਹ ਨਹੀਂ ਦੇਖਦਾ ਇਹ ਛੋਟਾ ਹੈ, ਇਹ ਵੱਡਾ ਹੈ। ਗੁਰੂ ਤੇ ਜਿਸ ਦੇ ਉੱਪਰ ਬਖਸ਼ਿਸ਼ ਕਰਦਾ ਹੈ ਉਸ ਫਿਰ ਖਸਮ ਦੀ ਦਾਤ ਜੋਤ, ਖਸਮੈ ਵਡਿਆਈ, ਉਸ ਦੀ ਵਡਿਆਈ ਦੇ ਨਾਲ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਬਖਸ਼ਿਸ਼ਾਂ, ਇਹ ਰਹਿਮਤਾਂ ਹੁੰਦੀਆਂ ਨੇ। ਆਪ ਸਮੂਹ ਸੰਗਤ ਨੂੰ ਫਿਰ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਿਆਈ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸਾਹਿਬ ਜੀ ਬਖਸ਼ਿਸ਼, ਰਹਿਮਤ, ਦਇਆ ਕਰਨ। ਜੋ ਵੀ ਉਹਨਾਂ ਦੇ ਜੀਵਨ ਵਿੱਚ ਵਰਤਿਆ ਉਸ ਜੀਵਨ ਤੋਂ ਸੇਧ ਲੈ ਕੇ ਅਸੀਂ ਵੀ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਅਖੀਰ ਤੇ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।